ਨਿਊਜ਼ 24 ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੀਤ ਸਿੰਘ ਮਾਵੀ ਤੇ ਅੱਜ ਆਪਾਂ ਗੱਲ ਕਰਾਂਗੇ ਕਿਸਾਨੀ ਮੁੱਦੇ ਦੀ, ਜੋ ਇਸ ਟਾਈਮ ਪੂਰੀ ਗੰਭੀਰਤਾ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਲਿਆ ਹੋਇਆ ਹੈ ਤੇ ਪੂਰੇ ਦੇਸ਼ ਦਾ ਕਿਸਾਨ ਅੱਜ ਖਤਰੇ ਦੇ ਵਿੱਚ ਹੈ, ਜਿਹਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਣਾ ਪੰਜਾਬ ਤੇ ਹਰਿਆਣੇ ਦਾ ਕਿਸਾਨ ਹੈ। ਤੇ ਕਿਸਾਨ ਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਅੱਜ ਸੜਕਾਂ ਤੇ ਨੇ, ਮੁਜ਼ਾਹਰੇ ਕਰ ਰਹੀਆਂ ਨੇ, ਹੜਤਾਲਾਂ ਕਰ ਰਹੀਆਂ ਨੇ, ਧਰਨੇ ਲਾ ਰਹੀਆਂ ਨੇ ਤੇ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਤੇ ਅੱਜ ਆਪਾਂ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਦਰਮਿਆਨ ਉੱਘੀ ਸਿਆਸੀ ਤੇ ਸਮਾਜਿਕ ਸ਼ਖਸੀਅਤ ਹੈ ਸਰਦਾਰ ਹਰਬੰਸ ਸਿੰਘ ਜੀ ਪੰਧੇਰ, ਜਿਨ੍ਹਾਂ ਦਾ ਬੜਾ ਲੰਮਾ ਤਜਰਬਾ ਕਿਸਾਨੀ ਦੇ ਨਾਲ ਵੀ ਹੈ, ਸਿਆਸਤ ਦੇ ਨਾਲ ਵੀ ਹੈ ਤੇ ਮਾਲਵਾ ਸੱਭਿਆਚਾਰ ਕਲੱਬ ਜਿਹੜਾ ਖਮਾਣੋਂ ਦੇ ਵਿੱਚ ਉਹਦੇ ਉਹ ਪ੍ਰਧਾਨ ਰਹਿ ਚੁੱਕੇ ਆ ਤੇ ਹੁਣ ਵੀ ਹੈ। ਤੇ ਪੰਧੇਰ ਸਾਹਿਬ ਇਸ ਟਾਈਮ ਪੰਜਾਬ ਦਾ ਤੇ ਹਰਿਆਣੇ ਦਾ ਕਿਸਾਨ ਹੈ ਜਿਹੜਾ ਉਹ ਪੂਰੇ ਸੰਘਰਸ਼ ਦੇ ਵਿੱਚ ਹੈ, ਰੋਹ ਦੇ ਵਿੱਚ ਹੈ। ਕੇਂਦਰ ਸਰਕਾਰ ਵੱਲੋਂ ਜੋ ਨਵੇਂ 3 ਆਰਡੀਨੈਂਸ ਲਿਆਂਦੇ ਗਏ ਹੈ, ਜਿਨ੍ਹਾਂ ਨੂੰ ਜੋ ਕਿ ਹੁਣ ਕਾਨੂੰਨ ਬਣ ਚੁੱਕੇ ਹੈ, ਰਾਸ਼ਟਰਪਤੀ ਵੱਲੋਂ ਆਖਰ ਕਰ ਦਿੱਤੇ ਗਏ ਹੈ। ਤੇ ਲੱਗਦਾ ਕਿ ਇਦਾਂ ਦੇ ਮੁੱਦੇ ਜਿਹੜੇ ਹੁੰਦੇ ਆ ਉਹ ਅਕਸਰ ਹਾਈਜੈਕ ਹੋ ਜਾਇਆ ਕਰਦੇ ਆ ਤੇ ਕਈ ਦਿਨਾਂ ਤੋਂ ਮੈਂ ਵੀ ਦੇਖ ਰਿਹਾ ਕਿ ਵੱਡੇ ਧਰਨੇ ਹੋ ਰਹੇ ਹੈ, ਮੁਜ਼ਾਹਰੇ ਹੋ ਰਹੇ ਹੈ, ਜਿਨ੍ਹਾਂ ਦੇ ਵਿੱਚ ਸਾਡਾ ਜਿਹੜਾ ਮੀਡੀਆ ਦਾ ਇੱਕ ਪੱਖ ਹੈ ਉਹ ਵੀ ਇੱਕ ਮੰਨ ਲਓ ਜਾਂਦਾ ਹੈ, ਇੱਕ ਸਿੰਗਰ ਦੀ ਬੈਟ ਲੈ ਕੇ ਮੁੜ ਆਉਂਦਾ ਜਾਂ ਇੱਕ ਕੋਈ ਸਿਆਸੀ ਬੰਦਾ ਜਾਂਦਾ ਉਹਦੀ ਬੈਟ ਲੈਣ ਨੂੰ ਉਹ ਕਾਹਲਾ ਰਹਿੰਦਾ ਹੈ। ਪਰ 31 ਜਥੇਬੰਦੀਆਂ ਹੈਗੀਆਂ, ਕਿਸਾਨ ਜਥੇਬੰਦੀਆਂ, ਜਿਨ੍ਹਾਂ ਦੇ 31 ਪ੍ਰਧਾਨ ਹੈਗੇ ਆ, ਇੱਕ ਦੋ ਨੂੰ ਛੱਡ ਕੇ ਕਿਸੇ ਦਾ ਨਾਮ ਹੀ ਮੂਹਰੇ ਨਹੀਂ ਆ ਰਿਹਾ ਤੇ ਲੱਗਦਾ ਹੈ ਕਿ ਇਹ ਹਾਈਜੈਕ ਵੀ ਹੋ ਸਕਦਾ ਹੈ ਇਹ ਮੁੱਦਾ। ਇਹ ਕਿਸਾਨਾਂ ਨੂੰ ਦੇਖੋ, ਜਿਹੜੇ ਇਕੱਠ ਕਰਕੇ ਲੈ ਗਏ ਪਿੰਡਾਂ ਦੇ ਵਿੱਚੋਂ, ਟਰਾਲੀਆਂ ਭਰ ਕੇ ਲੈ ਗਏ ਪਿੰਡਾਂ ਦੇ ਵਿੱਚੋਂ, ਜਿਨ੍ਹਾਂ ਦਾ ਨਾਮ ਮੂਹਰੇ ਆਉਣਾ ਚਾਹੀਦਾ ਸੀ, ਜਿਨ੍ਹਾਂ ਨੂੰ ਪਤਾ ਹੈ ਕਿਸਾਨੀ ਬਾਰੇ। ਇੱਕ ਸਿੰਗਰ ਜਾਂਦਾ, ਸਿੰਗਰ ਨੂੰ ਤਾਂ ਕੁਝ ਨਹੀਂ ਪਤਾ, ਨਾ ਉਹਨੇ ਖੇਤੀ ਕੀਤੀ ਆ, ਭਾਵੇਂ ਉਹ ਕਿਸਾਨ ਦਾ ਪੁੱਤ ਹੈਗਾ। ਤੇ ਤੁਹਾਨੂੰ ਲੱਗਦਾ ਕਿ ਇਦਾਂ ਦੇ ਮੁੱਦੇ ਜਿਹੜੇ ਹੁੰਦੇ ਆ ਉਹ ਹਾਈਜੈਕ ਹੋ ਜਾਂਦੇ ਆ ਤੇ ਹੋ ਵੀ ਸਕਦੇ ਆ। ਇਹਦੇ 'ਚ ਕਿਹੜੀਆਂ ਗੱਲਾਂ ਦਾ ਕਿਸਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ? ਮਾਵੀ ਸਾਹਿਬ, ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਪਾਵਨ ਦਿਹਾੜੇ ਤੇ ਤੁਹਾਨੂੰ ਵੀ ਤੇ ਸਾਰੀ ਉਹ ਸੰਗਤ ਨੂੰ, ਦਰਸ਼ਕਾਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਅੱਜ ਮਾਹੌਲ ਵੀ ਇਸ ਤਰ੍ਹਾਂ ਦਾ ਹੈ ਕਿ ਸਾਰਾ ਹੀ ਪੰਜਾਬ ਸਾਨੂੰ ਇੱਕ ਵੱਖਰੇ ਰੌਂ 'ਚ ਲੱਗ ਰਿਹਾ ਹੈ। ਆਪਣੇ ਅਸਲੀ ਰੂਪ ਦੇ ਵਿੱਚ ਜਿਹੜਾ ਪੰਜਾਬ ਹੈ ਉਹ ਆਇਆ ਹੋਇਆ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ 3 ਪਹਿਲਾਂ ਆਰਡੀਨੈਂਸ ਲਿਆਂਦੇ, ਉਹ ਹੀ ਇਹ ਗੱਲ ਦਾ ਇੱਕ ਇਸ਼ਾਰਾ ਸੀ ਕਿ ਸਾਡੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹਨੇ ਸਾਡੇ ਪੰਜਾਬ ਨੂੰ ਜਾਂ ਸਾਡੇ ਹਿੰਦੁਸਤਾਨ ਦੇ ਕਿਸਾਨ ਨੂੰ ਜਿਹੜੇ ਮਾੜੇ ਮੋਟੇ ਸਾਹ ਸੱਤ ਉਹਦੇ 'ਚ ਹੈਗੇ, ਉਹਨੂੰ ਵੀ ਉਹਨਾਂ ਖਤਮ ਕਰਨ ਦਾ ਇੱਕ ਤਹੀਆ ਕੀਤਾ। ਉਹਨਾਂ ਆਰਡੀਨੈਂਸਾਂ ਤੋਂ ਬਾਅਦ ਇਹ ਬਿੱਲ ਪੇਸ਼ ਕੀਤੇ ਤੇ ਦੋਏ ਹਾਊਸ ਦੇ ਵਿੱਚ, ਲੋਕ ਸਭਾ ਤੇ ਰਾਜ ਸਭਾ 'ਚ, ਜਿੰਨੀ ਬੇਸ਼ਰਮੀ ਦੇ ਨਾਲ ਤੇ ਜਿੰਨਾ ਹੈਂਕੜਬਾਜ਼ੀ ਦੇ ਨਾਲ ਇਹਨਾਂ ਬਿੱਲਾਂ ਨੂੰ ਜਿਹੜਾ ਪਾਸ ਕਰਕੇ ਕਾਨੂੰਨੀ ਰੂਪ ਕੱਲ੍ਹ ਰਾਸ਼ਟਰਪਤੀ ਨੇ ਦਿੱਤਾ, ਉਹ ਆਪਣੇ ਆਪ 'ਚ ਜਿੰਨਾ ਕਹੋ ਉਨਾ ਨਿੰਦਣਯੋਗ ਹੈ। ਤੁਸੀਂ ਪੁੱਛਿਆ ਕਿ ਇਹ ਜਿਹੜਾ 31 ਕਿਸਾਨ ਯੂਨੀਅਨਾਂ ਨੇ, ਇਹਨਾਂ ਨੇ ਇੱਕ ਸੰਘਰਸ਼ ਵਿੱਢਿਆ ਹੈ ਵੀ ਇਹਦੇ ਹਾਈਜੈਕ ਹੋਣ ਦਾ ਖਤਰਾ ਜਾਂ ਹੋਰ ਇਹੋ ਜਿਹੀਆਂ ਕੋਈ ਅਲਾਮਤਾਂ। ਇਹ ਜਦੋਂ ਦਾ ਮਨੁੱਖ ਜੰਮਿਆ ਇਹ ਰਿਹਾ ਹੀ ਹੈ, ਇਹਦੇ 'ਚ ਕੋਈ ਅਤਕਥਨੀ ਨਹੀਂ। ਦੋ ਧਿਰਾਂ, ਨੇਕੀ ਤੇ ਬਦੀ, ਉਹ ਚੱਲਦੀਆਂ ਰਹਿੰਦੀਆਂ ਨੇ। ਕੁਛ ਲੋਕਾਂ ਦੀ ਲਾਈਫ ਲੋਕ ਪੱਖੀ ਹੁੰਦੀ ਹੈ ਤੇ ਕਈਆਂ ਦੀ ਜਿਹੜੀ ਸੋਚ ਹੈ ਉਹ ਜੋਕ ਪੱਖੀ ਹੁੰਦੀ ਹੈ। ਜਿਵੇਂ ਆ ਬਿੱਲ ਨੇ, ਇਹ ਬਿਲਕੁਲ ਸਾਡੇ ਜਿਹੜੇ ਕਾਰਪੋਰੇਟ ਘਰਾਣੇ ਨੇ, ਅੰਬਾਨੀ, ਅਡਾਨੀ, ਟਾਟਾ, ਮਹਿੰਦਰਾ ਵਾਲੇ, ਜਾਂ ਜੋ ਜਿੰਨੀਆਂ ਵੀ ਕਹੋ ਜਿਹੜੇ ਅਮੀਰ ਲੋਕ ਨੇ, ਖੇਤੀ ਵੀ ਜਿਹੜੀ ਸਾਡਾ ਰੁਜ਼ਗਾਰ ਸੀ ਉਹ ਵੀ ਉਹਨਾਂ ਦੇ ਹੱਥ 'ਚ ਅਸੀਂ ਦੇ ਦਿੱਤੀ। ਪਰ ਮੈਨੂੰ ਸਭ ਤੋਂ ਪਹਿਲਾਂ ਇਸ ਗੱਲ ਦੀ ਬੇਹੱਦ ਖੁਸ਼ੀ ਤੇ ਬੇਹੱਦ ਮਾਣ ਹੈ ਕਿ ਅੱਜ ਪੰਜਾਬ ਆਪਣੇ, ਜਿਵੇਂ ਮੈਂ ਪਹਿਲਾਂ ਕਿਹਾ, ਕਿ ਅਸਲੀ ਰੂਪ 'ਚ ਆਇਆ ਹੈ। ਜਿੰਨਾ ਜੋਸ਼ ਤੇ ਜਿੰਨੀ ਹੋਸ਼ ਦੇ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀ ਇਹਨਾਂ ਆਰਡੀਨੈਂਸਾਂ ਦੇ ਵੇਲੇ ਤੋਂ ਹੀ ਵਿਰੋਧ ਕਰਨ ਦਾ, ਉਹ ਅੱਜ ਆਪਣੀ ਪੂਰੀ ਸਿਖਰ 'ਤੇ ਪਹੁੰਚ ਗਿਆ। ਸਿਖਰ ਵੀ ਇਹੋ ਜਿਹੀ, ਵੀ ਇਹੋ ਜਿਹਾ ਡਿਸਿਪਲਨ, ਇੰਨੀ ਹੋਸ਼ ਤੇ ਇੰਨਾ ਜੋਸ਼ ਕਿਤੇ ਵੀ ਛੇਤੀ ਕੀਤਿਆਂ ਨਹੀਂ ਦੇਖਣ ਨੂੰ ਮਿਲਦਾ। ਤੇ ਦੂਜੀ ਪਲੱਸ ਪੁਆਇੰਟ ਇਸ ਅੰਦੋਲਨ ਦਾ ਮੈਂ ਹੋਰ ਐਂਗਲ ਤੋਂ ਦੇਖਦਾ ਕਿ ਸਾਡੇ ਪੰਜਾਬ ਦੇ ਬਾਰੇ 'ਚ, ਖਾਸ ਕਰ ਪੰਜਾਬ ਤੇ ਦੀ ਜਵਾਨੀ ਤੇ ਕਿਸਾਨੀ ਦੇ ਬਾਰੇ 'ਚ ਬੜੇ ਪਿਛਲੇ ਸਮੇਂ 'ਚ ਕੁਛ ਸੱਚਾਈਆਂ ਵੀ ਸੀ, ਪਰ ਬਹੁਤ ਊਲ ਜਲੂਲ ਸਾਨੂੰ ਕਿਹਾ ਗਿਆ। ਖਾਸ ਕਰਕੇ ਕਿਸਾਨਾਂ ਨੂੰ ਇਹ ਕਿਹਾ ਗਿਆ ਵੀ ਇਹ ਤਾਂ ਇੰਨੇ ਡਰਪੋਕ ਨੇ ਕਿ ਕਿਸੇ ਸਮੱਸਿਆ ਨੂੰ ਦੇਖ ਕੇ ਇਹ ਖੁਦਕਸ਼ੀ ਕਰ ਲੈਂਦੇ ਆ।
ਤੇ ਸਾਡੇ ਪੰਜਾਬੀ ਨੌਜਵਾਨਾਂ ਨੂੰ ਇੱਕੋ ਹੀ ਇੱਕ ਤਸ਼ਬੀਹ ਦਿੱਤੀ ਗਈ ਕਿ ਇਹ ਤਾਂ ਨਸ਼ੇੜੀ ਨੇ। ਪਰ ਜਿਹੜਾ ਪਿਛਲੇ ਦਿਨਾਂ 'ਚ ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਉਹ ਇਹ ਹੈ ਕਿ ਸਾਡੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੇ ਸੁਮੇਲ ਦਾ ਜਿਹੜਾ ਇੱਕ ਖੂਬਸੂਰਤ ਜਲਵਾ ਸੀ, ਇਹ ਸੱਚਮੁੱਚੇ ਮੇਰੀ ਤਾਂ ਰੂਹ ਸਰਸ਼ਾਰ ਹੋ ਗਈ ਇਹ ਦੇਖ ਕੇ। ਤੇ ਮੈਂ ਆਸਵੰਦ ਹੋ ਗਿਆ ਕਿਉਂਕਿ ਵਿਦਿਆਰਥੀ ਜੀਵਨ ਤੋਂ ਮੇਰਾ ਯੂਨੀਅਨਾਂ ਦੇ ਵਿੱਚ ਤੇ ਲੋਕ ਪੱਖੀ ਸੰਘਰਸ਼ਾਂ ਦੇ ਨਾਲ ਮੇਰਾ ਵਾਹ ਰਿਹਾ, ਬਚਪਨ ਤੋਂ ਹੀ ਰਿਹਾ। ਤੇ ਅੱਜ ਮੈਨੂੰ ਇਸ ਗੱਲ ਦੀ ਪੂਰੀ ਆਸ ਹੈ ਵੀ ਜਿਹੜਾ ਇਹ ਸੰਘਰਸ਼ ਹੈ, ਬਿੱਲ ਵਾਪਸ ਹੁੰਦੇ ਆ ਨਹੀਂ ਹੁੰਦੇ, ਇਹਨਾਂ ਦਾ ਕੀ ਹਸ਼ਰ ਹੁੰਦਾ ਨਹੀਂ ਹੁੰਦਾ, ਇਹ ਚੀਜ਼ ਬਹੁਤ ਛੋਟੀ ਰਹਿ ਗਈ। ਜਿਸ ਤਰ੍ਹਾਂ ਪੰਜਾਬ ਉੱਠ ਕੇ ਖੜਾ ਹੋਇਆ ਹੈ, ਇਹ ਆਪਣੇ ਆਪ ਦੇ ਵਿੱਚ ਮੈਂ ਕਹੂੰਗਾ ਤੁਹਾਨੂੰ ਸਾਰੇ ਸੰਗਤ ਨੂੰ ਵੀ ਕਦੇ ਜਲਵਾ ਦੇਖਿਓ ਬਾਹਰ ਜਾ ਕੇ, ਵੀ ਆਪਣੇ ਆਪ 'ਚ ਬਹੁਤ ਖੂਬਸੂਰਤ ਗੱਲ ਹੈ। ਮੈਨੂੰ ਇਉਂ ਲੱਗਦਾ ਹੈ ਕਿ ਸਾਡੀ ਜਿਹੜੀ ਉਹ ਪੰਜਾਬੀ ਵਿਰਾਸਤ ਜਿਹੜੀ ਬਾਬਾ ਨਾਨਕ ਤੋਂ ਹੀ, ਮੈਂ ਬਹੁਤਾ ਪਿੱਛੇ ਨਹੀਂ ਜਾਊਂਗਾ, ਬਾਬਾ ਨਾਨਕ ਤੋਂ ਸ਼ੁਰੂ ਹੋਈ, ਜਿਹਨੇ ਹਰ ਇੱਕ ਹੀ ਜ਼ੁਲਮ ਦਾ ਵਿਰੋਧ ਕੀਤਾ। ਉਹਨਾਂ ਨੇ ਇਹ ਕਹਿਣਾ ਕਿ ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਜਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਉਹ ਜਿਹੜੇ ਸਾਡੇ ਹੀਰੋ ਸੀ, ਸਾਡੇ ਗੁਰੂ ਪੈਗੰਬਰ ਸੀ, ਉਹਨਾਂ ਨੇ ਆਪਣੇ ਵਿਚਾਰਧਾਰਾ ਦੇ ਨਾਲ ਇਸ ਜ਼ੁਲਮ ਦਾ ਵਿਰੋਧ ਕੀਤਾ। ਤੇ ਸਾਡਾ ਸਾਰਾ ਹੀ ਗੁਰ ਇਤਿਹਾਸ ਇਸ ਚੀਜ਼ ਨਾਲ ਭਰਿਆ ਪਿਆ ਕਿ 6ਵੇਂ ਪਾਤਸ਼ਾਹ ਤੋਂ ਬਾਅਦ 10ਵੇਂ ਪਾਤਸ਼ਾਹ 'ਚ ਆ ਕੇ ਅਸੀਂ ਹਥਿਆਰਬੰਦ ਘੋਲ ਵੀ ਲੜੇ। ਉਹਨਾਂ ਦੇ ਵਿੱਚ ਭਾਈ ਜੈਤਾ ਵਰਗੇ ਹੀਰੋ ਵੀ ਨਿਕਲੇ, ਚਾਰੇ ਸਾਹਿਬਜ਼ਾਦੇ ਵੀ। ਉਹਨਾਂ ਦੀ ਕੋਈ ਜਿਹੜੀ ਜੰਗ ਸੀ, ਕੋਈ ਨਿੱਜੀ ਜੰਗ ਨਹੀਂ ਸੀ, ਕੋਈ ਉਹਨਾਂ ਦੀ ਲੋਕਾਂ ਲਈ ਜੋ ਲੋਕਾਂ ਨਾਲ ਹੋ ਰਹੇ ਜ਼ੁਲਮ ਸੀ ਉਹਦੇ ਖਿਲਾਫ ਖੜੇ। ਤੇ ਇਹੀ ਸਾਡੀ ਜਿਹੜੀ ਵਿਰਾਸਤ ਹੈ, ਮੈਨੂੰ ਅੱਜ ਕਹਿੰਦੇ ਕਿ ਮਾਣ ਹੁੰਦਾ ਕਿਉਂਕਿ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਿਵੇਂ ਮੈਂ ਜ਼ਿਕਰ ਕੀਤਾ ਜਨਮ ਦਿਨ ਵੀ ਹੈ, ਵੀ ਉਹ ਸਾਡੇ ਗੁਰ ਇਤਿਹਾਸ ਵਾਲੀ ਜਿਹੜੀ ਰੂਹ ਹੈ ਉਹਦੀ ਜੋਤ ਸਾਡੇ ਨਾ ਭਗਤ ਸਿੰਘ ਜੀ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਇਹਨਾਂ ਰਾਹ ਦੀ ਹੁੰਦੀ ਹੋਈ ਅੱਜ ਸਾਡੇ ਸਮੁੱਚੇ ਪੰਜਾਬ 'ਚ ਪ੍ਰਵੇਸ਼ ਕਰ ਗਈ ਲੱਗਦੀ ਹੈ। ਤੇ ਜਦੋਂ ਇਹੋ ਜਿਹੀਆਂ ਸਾਨੂੰ ਅਲੌਕਿਕ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਫਿਰ ਹੁਣ ਜਿਹੜੇ ਕੋਈ ਲੋਟੂ ਟੋਲੇ ਹੈ, ਲੁੱਟਣ ਵਾਲੇ ਨੇ ਸਾਨੂੰ, ਉਹਨਾਂ ਦੀ ਹੋਸ਼ ਹੈ ਜਿਹੜੀਆਂ ਤਾਕਤਾਂ ਇਸ ਗੱਲ ਲਈ ਜ਼ਿੰਮੇਵਾਰ ਨੇ, ਖਾਸ ਕਰ ਸਾਡੇ ਹਿੰਦੁਸਤਾਨ ਦੀ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਕਿਸਾਨ ਮਾਰੂ ਬਿੱਲ ਲਿਆਂਦੇ ਹੈ, ਵੀ ਉਹਨਾਂ ਦੇ ਹੋਸ਼ ਟਿਕਾਣੇ ਲਿਆ ਦੇਣਗੇ। ਸਭ ਤੋਂ ਇੱਕ ਗੱਲ ਮੈਂ ਕੱਟਦਾ, ਜਿਹੜੀ ਦਰਸ਼ਕਾਂ ਦੇ ਹਰ ਇੱਕ ਬੰਦੇ ਦੇ ਜ਼ਿਹਨ ਦੇ ਵਿੱਚ ਹੈ ਕਿ ਜਿਹਦੇ ਲਈ ਤੁਸੀਂ ਕਾਨੂੰਨ ਬਣਾ ਰਹੇ ਹੋ, ਜਿਹਦੇ ਲਈ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਦੀ ਆਮਦਨ ਅਸੀਂ ਦੁੱਗਣੀ ਕਰ ਦਾਂਗੇ ਇਸ ਕਾਨੂੰਨ ਨੂੰ ਲਿਆਉਣ ਤੋਂ ਬਾਅਦ, ਉਹ ਅੱਜ ਸੜਕਾਂ 'ਤੇ ਹੈ, ਧਰਨੇ ਲਾ ਰਿਹਾ ਹੈ, ਮੁਜ਼ਾਹਰੇ ਕਰ ਰਿਹਾ ਹੈ, ਹੜਤਾਲਾਂ ਕਰ ਰਿਹਾ ਹੈ। ਉਹ ਕਹਿੰਦਾ ਮੈਨੂੰ ਇਹ ਕਾਨੂੰਨ ਨਹੀਂ ਚਾਹੀਦਾ। ਫਿਰ ਕੇਂਦਰ ਸਰਕਾਰ ਨੂੰ ਕੀ ਇਹ ਜ਼ਰੂਰੀ ਹੈ ਉਹ ਕਹਿ ਦੇਵੇ ਕਿ ਜੇ ਨਹੀਂ ਚਾਹੀਦਾ ਤਾਂ ਰਹਿਣ ਦਿੰਦੇ ਆ? ਫਿਰ ਉਹਦੀ ਕੀ ਮਜਬੂਰੀ ਹੈ, ਉਹ ਕਿਉਂ ਲਿਆਉਣਾ ਚਾਹੁੰਦੀ ਹੈ? ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਗੁਰਬਾਣੀ ਦੀ ਲੈਣਾ ਕਿ ਜਿਹੜਾ ਹਉਮੈ ਹੈ ਸਭ ਤੋਂ ਦੀਰਘ ਰੋਗ ਹੈ। ਤੇ ਖਾਸ ਕਰਕੇ ਜਦੋਂ ਸਾਡੇ 'ਚ ਕੋਈ ਸਰੀਰਕ ਤਾਕਤ ਵੱਧ ਆ ਜਾਵੇ, ਪੈਸੇ ਦੀ ਤਾਕਤ ਵੱਧ ਆ ਜਾਵੇ, ਜਾਂ ਅੱਜ ਦੇ ਸਮੇਂ 'ਚ ਲੋਕਤੰਤਰ 'ਚ ਤੁਹਾਡੇ ਕੋਲ ਬਹੁ ਗਿਣਤੀ ਦੀ ਤਾਕਤ ਵੱਧ ਆ ਜਾਵੇ, ਫਿਰ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ। ਤੇ ਸਾਡੇ ਹਾਕਮ ਇਸ ਹਉਮੈ ਦੇ ਅਧੀਨ ਨੇ, ਵੀ ਜਿਵੇਂ ਅਸੀਂ ਪਹਿਲਾਂ ਕਸ਼ਮੀਰ ਨਾਲ ਕੀਤਾ, ਜਿਵੇਂ ਅਸੀਂ ਪਹਿਲਾਂ ਹੋਰ ਬਹੁਤ ਸਾਰੇ, ਹੁਣ ਮੈਂ ਸਾਰੀ ਗੱਲ ਦੇ ਵਿਸਥਾਰ 'ਚ ਨਹੀਂ ਜਾਊਂਗਾ, ਮੈਂ ਇੱਥੇ ਹੀ ਫਿਕਸ ਰਹਿਣਾ ਚਾਹੁੰਦਾ। ਜਿਵੇਂ ਸਾਡੇ ਹਿੰਦੁਸਤਾਨ ਦੇ ਸੰਵਿਧਾਨ ਦਾ ਸੰਘਾਤਮਕ ਢਾਂਚਾ ਹੈ ਜਿਹੜਾ, ਉਹਨੂੰ ਇਹਨਾਂ ਨੇ ਤਹਿਸ਼ ਨਹਿਸ਼ ਕੀਤਾ। ਤਾਂ ਜਿਵੇਂ ਸਾਡੇ ਕਵੀ ਵਰਵਰਾ ਰਾਓ ਜੀ ਵਰਗੇ ਕਿੱਡੇ ਮਹਾਨ ਚਿੰਤਕ, ਬੁੱਧੀਜੀਵੀ, ਉਹਨਾਂ ਲੋਕਾਂ ਨੂੰ ਇਹਨਾਂ ਨੇ ਚੱਕ ਚੱਕ ਕੇ ਅੰਦਰ ਸੁੱਟਿਆ। ਉਹ ਲੋਕ ਆਵਾਜ਼ ਨੂੰ ਦਬਾਉਣ ਦੀ ਜਦੋਂ ਬੰਦੇ ਦੇ ਵਿੱਚ ਆ ਜਾਵੇ ਵੀ ਮੇਰੇ ਸਾਹਮਣੇ ਸਾਰੀਆਂ ਕੀੜੀਆਂ ਨੇ, ਉਹ ਸਾਡੀ ਸਰਕਾਰ ਹੈ ਜਿਹੜੀ, ਸਾਡੇ ਹਾਕਮ ਨੇ, ਉਹਨਾਂ ਦੇ ਦਿਮਾਗ 'ਚ ਗੱਲ ਬੈਠ ਗਈ ਵੀ ਅਸੀਂ ਤਾਂ ਹੁਣ ਕਿਸਾਨ ਹੀ ਹੈ ਜਿਹੜਾ ਸਾਰਿਆਂ ਨੂੰ ਰੋਟੀ ਦਿੰਦਾ ਹੈ। ਉਹਨਾਂ ਦੇ ਦਿਮਾਗ 'ਚ ਹੈ ਕਿ ਕਿਸਾਨਾਂ ਦਾ ਅਸੀਂ ਇਹ ਭਰਮ ਤੋੜਨਾ ਵੀ ਤੁਸੀਂ ਨਹੀਂ ਰੋਟੀ ਦਿੰਦੇ। ਨਹੀਂ ਤਾਂ ਉਹ ਕਿਉਂ, ਜੇ ਉਹਨਾਂ ਨੇ ਬਿੱਲ ਵਾਪਸ ਲੈਣੇ ਹੁੰਦੇ ਤਾਂ ਇਹ ਬਿੱਲਾਂ ਨੂੰ ਲਾਗੂ ਕਿਉਂ ਕਰਦੇ? ਉੱਥੇ ਬਹੁਤ ਸਾਰੇ ਲੋਕਾਂ ਨੇ ਬੜੇ ਵਧੀਆ ਤਰੀਕੇ ਨਾਲ ਬੋਲਿਆ, ਚਾਹੇ ਉਹ ਪਾਰਲੀਮੈਂਟ ਸੀ, ਚਾਹੇ ਉਹ ਤੁਹਾਡੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਸੀ। ਬਹੁਤ ਸਾਰੇ ਸਿਆਸੀ ਲੀਡਰ ਵੀ ਅੱਛੇ ਤਰੀਕੇ ਨਾਲ ਬੋਲੇ ਆ, ਬਹੁਤ ਨੇ ਬੜਾ ਘਟੀਆ ਰੋਲ ਵੀ ਕੀਤਾ। ਪਰ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ ਇਹ ਜਿਹੜੀ ਤੁਹਾਡੀ ਔਰ ਮੇਰੀ ਸੋਚ ਹੈ, ਹਾਕਮਾਂ ਦੀ ਸੋਚ ਬਿਲਕੁਲ ਇਹ ਤੋਂ ਵੱਖਰੀ ਹੁੰਦੀ ਹੈ। ਉਹਨਾਂ ਨੇ ਕਦੇ ਇਹ ਨਹੀਂ ਸੋਚਣਾ ਹੁੰਦਾ, ਉਹਨਾਂ ਲਈ ਤਾਂ ਭੇਡਾਂ ਚਾਹੀਦੀਆਂ ਨੇ ਕਿ ਸਿਰ ਸਿੱਟ ਕੇ ਹਾਂਜੀ ਹਾਂਜੀ ਕਰਨ ਤੇ ਅਸੀਂ ਇਹਨਾਂ ਨੂੰ ਮੁੰਨੀ ਜਾਈਏ। ਨੇਰ ਸਾਹਿਬ, ਇੱਕ ਗੱਲ ਹੋਰ ਵੀ ਦੇਖਣ ਵਾਲੀ ਹੈ, ਕਰੋਨਾ ਕਾਲ ਦੇ ਵਿੱਚ ਤਕਰੀਬਨ ਪੂਰੇ ਵਰਲਡ ਦੇ ਉੱਤੇ ਪਹਿਲੀ ਵਾਰ ਇੱਦਾਂ ਦਾ ਸਮਾਂ ਆਇਆ ਕਿ ਹਰ ਕਾਰੋਬਾਰ ਹੈ ਜਿਹੜਾ ਉਹ ਥੱਲੇ ਚਲਾ ਗਿਆ। ਹਰ ਇੱਕ ਦੇਸ਼ ਦੀ ਇਕੋਨਮੀ ਹੈ ਜਿਹੜੀ ਉਹ ਡਾਊਨ ਆਈ ਹੈ।
ਪਰ ਭਾਰਤ ਦੀ ਜੇ ਆਪਾਂ ਗੱਲ ਕਰੀਏ, ਭਾਰਤ ਦੇ ਵਿੱਚ ਜਿਹੜੇ ਹੈ ਸਾਰੀ ਜਿਹੜੀ ਇਕਨੋਮੀ ਡਾਊਨ ਗਈ ਹੈ, ਹਰ ਕਾਰੋਬਾਰ ਡਾਊਨ ਗਿਆ ਹੈ। ਇੱਕ ਖੇਤੀ ਸੈਕਟਰ ਹੈ, ਐਗਰੀਕਲਚਰ ਸੈਕਟਰ ਹੈ, ਜਿਹੜਾ 3% ਜਿਹਨੇ ਗਰੋਥ ਕੀਤੀ ਹੈ। ਕਿਤੇ ਇਹ ਤਾਂ ਨਹੀਂ ਲੱਗਦਾ ਕਿ ਇਹਨਾਂ ਵੱਡੇ ਘਰਾਣਿਆਂ ਨੂੰ ਇਹ ਸ਼ੱਕ ਪੈਦਾ ਹੋ ਗਿਆ ਹੋਵੇ ਵੀ ਖੇਤੀ ਇੱਕ ਬਹੁਤ ਵੱਡਾ ਲਾਹੇਵੰਦ ਧੰਦਾ ਹੈ, ਇਹਦੇ ਤੇ ਕਬਜ਼ਾ ਕਰ ਲਿਆ ਜਾਵੇ? ਹਾਂ, ਕਿਉਂਕਿ ਜਿਹੜਾ ਵਪਾਰੀ ਆ ਉਹ ਤਾਂ ਸਿਰਫ ਪੈਸੇ ਬਾਰੇ ਸੋਚੂ। ਇਹ ਉਹਨਾਂ ਕੋਲੇ ਅੰਕੜੇ ਵੀ ਪਹੁੰਚੇ। ਤੇ ਨੰਬਰ 2 ਤੇ ਇਹ ਵੀ ਹੈ ਕਿ ਸਾਡਾ ਅਸੰਗਠਿਤ ਹੋਣਾ, ਸਾਡੀ ਇੱਕ ਮੁੱਠਤਾ ਸਾਡੇ 'ਚ ਨਾ ਹੋਣੀ, ਉਹ ਵੀ ਇੱਕ ਬਹੁਤ ਵੱਡਾ ਇਹਨਾਂ ਲੋਕਾਂ ਨੂੰ, ਜਿਹੜੇ ਕਾਰਪੋਰੇਟ ਆ ਉਹ ਵੀ ਸਰਕਾਰ ਦੇ ਹੀ ਇੱਕ ਅੰਗ ਹੁੰਦੇ ਆ, ਕਿਉਂਕਿ ਸਰਕਾਰ ਦੇ ਉਹਨਾਂ ਨੇ ਫੰਡ ਦੇਣੇ, ਉਹਨਾਂ ਨੂੰ ਚੋਣਾਂ ਜਿਤਾਉਣੀਆਂ ਨੇ। ਤੇ ਸਾਡੀ ਸਰਕਾਰ ਨੇ ਜਿਹੜੇ ਕੋਈ ਮਾਤੜ ਤੋਂ ਮਾਤੜ ਮਿਹਨਤਕਸ਼ ਲੋਕ ਨੇ, ਕਿਉਂਕਿ ਇਹ ਭੋਲੇ ਹੁੰਦੇ ਆ, ਸਿੱਧੇ ਰੱਬ ਨਾਲ ਇਹ ਜੁੜੇ ਲੋਕ ਹੁੰਦੇ ਨੇ। ਕਿਰਤੀ ਬੰਦਾ ਜਿਹੜਾ, ਉਹਦੇ ਬਲ ਫੇਰ ਨਹੀਂ ਹੁੰਦਾ। ਤੇ ਹੁਣ ਜਿਹੜੇ ਉਹ ਨਾਗਬਲ ਪਾਉਣ ਵਾਲੇ ਹੈ, ਉਹਨਾਂ ਨੂੰ ਸਭ ਤੋਂ ਸੌਖਾ ਟਾਰਗੇਟ ਕਿਸਾਨ ਮਿਲ ਗਏ ਤੇ ਪਿੱਛੇ ਉਹਨਾਂ ਦੇ ਹਕੂਮਤ ਖੜੀ ਹੈ। ਉਹਨਾਂ ਨੂੰ ਇਹ ਤਾਂ ਲੱਗਦਾ ਹੀ ਹੈ ਵੀ ਇਹ ਖੇਤੀ ਲਾਹੇਵੰਦਾ ਧੰਦਾ ਹੈ। ਚਲੋ ਅਸੀਂ ਇਸ ਕਰਕੇ ਨਹੀਂ ਕਹਿੰਦੇ, ਕਿਉਂਕਿ ਕਿਸਾਨਾਂ ਲਈ ਨਹੀਂ ਇਹ ਕਦੇ ਲਾਹੇਵੰਦ ਰਿਹਾ। ਇਹਨਾਂ ਲਈ ਜ਼ਰੂਰ ਹੈ ਕਿ ਇੱਕ ਆਲੂ ਨੂੰ ਚੀਰਿਆ ਤੇ ਉਹਨੂੰ 2 ਰੁਪਏ ਦੇ ਆਲੂ ਨੂੰ 20 ਰੁਪਏ 'ਚ ਕਨਵਰਟ ਕਰਕੇ ਵੇਚਤਾ। ਸਾਡਾ ਪੌਪਕੌਰਨ ਹੈ ਜਿਹੜਾ ਮਾਲ 'ਚ ਜਾ ਕੇ 200 ਰੁਪਏ ਦੀ ਇੱਕ ਬਕਟ ਬਣਾ ਕੇ ਵੇਚਦੇ। ਉਹਨਾਂ ਨੇ ਸਾਨੂੰ ਉਹਨਾਂ ਲਈ ਸਾਨੂੰ ਲੁੱਟਣਾ ਤੇ ਸਾਨੂੰ ਐਕਸਪਲੋਇਟ ਕਰਨਾ ਸੌਖਾ ਹੈ। ਇਸ ਕਰਕੇ ਉਹਨਾਂ ਨੇ ਇਸ ਚੀਜ਼ ਦੇ ਵਿੱਚ ਪੈਰ ਧਰਿਆ ਤੇ ਸਾਡੇ ਨਾਲ ਇਹ ਕੁਛ ਹੋਣਾ। ਪੰਧੇਰ ਸਾਹਿਬ, ਕਿਸਾਨ ਇੱਕ ਅਜਿਹੀ ਜਮਾਤ ਹੈ ਜਿਹੜੀ ਬਹੁਤੀ ਪੜ੍ਹੀ ਲਿਖੀ ਨਹੀਂ ਹੁੰਦੀ ਤੇ ਬਿਲਕੁਲ ਠੇਠ ਭਾਸ਼ਾ 'ਚ, ਕਿਸਾਨੀ ਦੀ ਭਾਸ਼ਾ ਦੇ ਵਿੱਚ ਸਾਨੂੰ ਦੱਸੋ ਕਿ ਅਗਰ ਇਹ ਬਿੱਲ ਲਾਗੂ ਹੋ ਜਾਂਦਾ ਹੈ ਤਾਂ ਕਿਹੋ ਜਿਹਾ ਸਿਨੈਰੀਓ, ਕਿਹੋ ਜਿਹੇ ਹਾਲਾਤ ਕਿਸਾਨਾਂ ਦੇ, ਕਿਸਾਨੀ ਦੇ ਪਿੰਡਾਂ ਦੇ ਲੋਕਾਂ ਦੇ ਹੋਣਗੇ? ਮੈਂ ਥੋੜ੍ਹੀ ਜਿਹੀ ਤੁਹਾਡੀ ਗੱਲ ਨੂੰ ਇੱਥੇ ਕੱਟ ਕਰੂੰਗਾ ਕਿ ਕਿਸਾਨ ਭੋਲਾ ਤਾਂ ਹੁੰਦਾ ਹੈ, ਸਿੰਪਲ ਸਿੱਧਾ ਸਾਦਾ ਵੀ ਹੁੰਦਾ ਹੈ, ਦਿਲ ਦਾ ਅਮੀਰ ਵੀ ਹੁੰਦਾ ਹੈ, ਪਰ ਅਨਪੜ੍ਹ ਹੋਣਾ ਇੱਕ ਹੋਰ ਚੀਜ਼ ਹੈ। ਪੰਜਾਬ ਦੇ ਕਿਸਾਨਾਂ 'ਚ ਸਿਆਣਪ ਹੈਗੀ ਹੈ। ਉਹ ਸਿਆਣਪ ਮੈਨੂੰ ਤਾਂ ਲੱਗੀ ਹੈ ਕਿ ਪਿਛਲੇ ਦਿਨਾਂ ਤੋਂ ਜਿਹੜਾ ਜਲਵਾ ਸੜਕਾਂ 'ਤੇ ਦੇਖਿਆ, ਜਿੰਨੀ ਸ਼ਿੱਦਤ ਦੇ ਨਾਲ ਸਾਡੇ ਕਿਸਾਨ ਆਗੂ ਸਰਕਾਰ ਦੇ ਕੋਲ ਮੀਡੀਆ ਦੇ ਰਾਹੀਂ ਜਾਂ ਆਪਣੇ ਡੈਮੋਨਸਟ੍ਰੇਸ਼ਨ ਦੇ ਰਾਹੀਂ ਆਪਣੀ ਗੱਲ ਰੱਖ ਰਹੇ ਹੈ। ਵੱਡੇ ਤੋਂ ਵੱਡਾ ਇਕੋਨੋਮਿਸਟ ਵੀ ਇਸ ਗੱਲ ਨੂੰ ਨਹੀਂ ਰੱਖ ਸਕਦਾ। ਜਿੱਥੋਂ ਤੱਕ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡਾ ਸਵਾਲ ਸੀ ਵੀ ਕਿਹੋ ਜਿਹਾ ਸਿਨਾਰੀਓ ਬਣੂਗਾ ਉੱਥੇ, ਹਾਂ ਮੈਂ ਸਮਝ ਗਿਆ। ਹਾਂ ਜੀ, ਹੋ ਹੀ ਚੁੱਕਿਆ ਜੀ। ਆ ਜਾਂਦੀਆਂ ਨੇ। ਇਹ ਸਿੱਧਾ ਜਿਹਾ ਹਿਸਾਬ ਹੈ ਜੀ। ਤੁਸੀਂ ਇੱਕ ਆਪਣੇ ਮਨ 'ਚ ਵਿਜ਼ਨ ਬਣਾਓ ਵੀ ਇੱਕ ਇੱਥੇ ਪਹਿਲਵਾਨੀ ਦਾ ਅਖਾੜਾ ਹੈ, ਉਹਦੇ 'ਚ ਇੱਕ ਬਿਲਕੁਲ ਮਾੜਚੂ ਜਿਹਾ, ਜਿਹੜੇ ਬੰਦੇ ਨੂੰ 2 ਡੰਗ ਦੀ ਰੋਟੀ ਨਹੀਂ ਮਿਲਦੀ, ਉਸ ਭਲਵਾਨ ਦੇ, ਉਹਨੂੰ ਭਲਵਾਨ ਦੀ ਸ਼ੇਪ ਦੇ ਕੇ ਲੰਗੋਟੀ ਲਾ ਕੇ ਖੜਾ ਦੇਣਾ ਤੇ ਇੱਕ ਪਾਸੇ ਖਲੀ ਵਰਗਾ ਕੋਈ ਬਹੁਤ ਤਕੜਾ ਭਲਵਾਨ ਖੜਾ ਦੇਣਾ ਤੇ ਲੋਕਾਂ ਨੂੰ ਇਹ ਭਰਮ ਦੇਣਾ ਸਰਕਾਰ ਨੇ ਕਿ ਦੇਖੋ ਅਸੀਂ ਤਾਂ ਸਾਰਿਆਂ ਲਈ ਇੱਕ ਬਰਾਬਰ ਹੈ। ਸਾਨੂੰ ਸ਼ੇਰ ਤੇ ਬੱਕਰੀ ਦੀ ਲੜਾਈ ਇਹਨਾਂ ਨੇ ਬਣਾਈ ਹੈ। ਮੈਂ ਉਸ ਤਰੀਕੇ ਨਾਲ ਉਹਨਾਂ ਨੂੰ ਸ਼ੇਰ ਜਾਂ ਬੱਕਰੀ ਨਹੀਂ ਕਹਿੰਦਾ, ਸਰੀਰਕ ਤਾਕਤ ਦੇ ਹਿਸਾਬ ਨਾਲ ਕਿਸਾਨ ਉਹਨਾਂ ਦੇ ਮੁਕਾਬਲੇ ਕਿਤੇ ਹੈ ਹੀ ਨਹੀਂ। ਹੁਣ ਜਿਵੇਂ ਚਲੋ ਇਸ ਸਿਨਾਰੀਓ ਦੀ ਗੱਲ ਤੁਸੀਂ ਕੀਤੀ ਕਿ ਇਹਦੇ 'ਚ ਆਇਆ ਕਿ ਜੇ ਇੱਕ ਐਗਰੀਮੈਂਟ ਹੋਣਗੇ ਖੇਤੀਬਾੜੀ 'ਚ, ਉਹਨੂੰ 2 ਬੰਦਿਆਂ ਦੇ ਵਿੱਚ ਸਮਝੌਤਾ ਹੈ। ਇੱਕ ਪਾਸੇ ਅਡਾਨੀ ਹੈ, ਇੱਕ ਪਾਸੇ ਕੋਈ ਪਿੰਡ ਦਾ ਕਿਸਾਨ, ਹਰਭਜਨ ਸਿੰਘ ਹੈ, ਹਰਬੰਸ ਸਿੰਘ, ਕੁਛ ਵੀ ਹੋ ਸਕਦਾ। ਜਦੋਂ ਕੋਈ ਕਿਸੇ ਵੀ ਗੱਲ ਦੇ ਉੱਤੇ ਡਿਸਪਿਊਟ ਹੋਊਗਾ, ਕੋਈ ਪਿਆ ਵੀ ਤੁਸੀਂ ਜੀ ਲਾਗੂ ਨਹੀਂ ਕਰਦੇ, ਹੁਣ ਸਪੋਜ਼ ਕਰੋ ਸਾਥੋਂ ਆਲੂ ਵਿਜਵਾ ਲਏ, ਜੇ ਤਾਂ ਆਲੂਆਂ ਦਾ ਰੇਟ ਬਹੁਤ ਸਿਰੇ 'ਤੇ ਹੈ, ਫਿਰ ਤਾਂ ਉਹ ਹੂ-ਬਹੂ ਸ਼ਰਤਾਂ ਦੇ ਨਾਲ ਮਾਲ ਚੱਕਣਗੇ, ਤੁਹਾਨੂੰ 10 ਰੁਪਏ ਵੱਧ ਵੀ ਦੇਣਗੇ। ਜੇ ਉੱਥੇ ਮੰਡੀ ਮਾੜੀ ਹੈ, ਉਹਨਾਂ ਦਾ 20 ਰੁਪਏ ਵਾਲਾ 2 ਵਾਲਾ ਆਲੂ 20 ਦੀ ਜਗ੍ਹਾ 10 ਦਾ ਵੀ ਵਿਕਦਾ ਹੈ, ਤਾਂ ਉਹਨਾਂ ਨੇ ਤੁਹਾਡੇ ਉਹ ਆਲੂ ਦੇ ਵਿੱਚ ਕੀੜੀ ਹੈ, ਇਹਦੀ ਛਿੱਲੜ ਨਹੀਂ ਠੀਕ, ਜਿਵੇਂ ਐਤਕੀ ਮਾਚੂ ਦਾਣੇ ਬਾਰੇ ਕਣਕ ਦੇ ਸੀਜ਼ਨ 'ਚ ਹੋਇਆ ਹੈ। ਤੇ ਹੈਰਾਨੀਜਨਕ ਗੱਲ ਇਹ ਹੈ ਵੀ ਇਸ ਢਾਂਚੇ ਨੂੰ ਨਿਬੇੜਨ ਲਈ ਅਸੀਂ ਅਦਾਲਤ ਨਹੀਂ ਜਾ ਸਕਦੇ। ਸਾਰੀ ਗੱਲ ਮੈਂ ਸਾਰੀ ਸੰਗਤ ਨੂੰ ਇਹ ਕਹਿਣੀ ਚਾਹੁੰਦਾ, ਬਹੁਤ ਵੱਡਾ ਇਹਦੇ 'ਚ ਸੈਟਬੈਕ ਹੈ। ਯੂ ਕਾਂਟ ਮੂਵ ਟੂ ਕੋਰਟ। SDM ਅਥਾਰਟੀ ਹੈ ਜਿਹਦੇ ਕੋਲ ਤੁਸੀਂ ਜਾ ਕੇ ਆਪਦਾ ਕੇਸ ਰੱਖੋਗੇ। ਮੈਨੂੰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ। ਪਹਿਲੀ ਗੱਲ ਤੇ SDM ਕੋਲੇ ਹੋਰ ਹੀ ਕਰਨ ਦੇ ਬਹੁਤ ਸਾਰੇ ਕੰਮ ਨੇ, ਪਰ SDM ਉਹਨਾਂ ਹੀ ਸਰਕਾਰਾਂ ਦਾ ਬਿਠਾਇਆ ਹੈ ਜਿਨ੍ਹਾਂ ਸਰਕਾਰਾਂ ਨੇ ਇਹ ਬਿੱਲ ਲਾਗੂ ਕੀਤੇ ਨੇ। ਤੇ ਜਿਹੜੀਆਂ ਸਰਕਾਰਾਂ ਇਸ ਬਿੱਲ ਨੂੰ, ਜਾਂ ਬਹੁਤ ਸਾਰੇ ਲੀਡਰ, ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਡਿਫੈਂਡ ਕਰਨ ਲਈ ਦਿਨ ਰਾਤ ਲੱਗੀਆਂ ਹੋਈਆਂ ਨੇ, ਤਾਂ SDM ਦੀ ਕੀ ਇਹਦੇ 'ਚ ਮਜਾਲ ਹੈ ਵੀ ਉਹ ਤੁਹਾਨੂੰ ਇਨਸਾਫ ਦੇ ਦਊ? ਬਿਲਕੁਲ ਇਹੋ ਜਿਹਾ ਸੀਨ ਹੋ ਜਾਊਗਾ ਵੀ ਜਿਵੇਂ ਮੈਂ ਕਹਾਂ ਕਿ ਅਫਰਾ ਤਫਰੀ ਦਾ ਮਾਹੌਲ ਹੋਊਗਾ ਤੇ ਕਿਸਾਨ ਕਿਤੇ ਵੀ ਨਹੀਂ ਰਹੂਗਾ। ਇਹਦਾ ਇਕੱਲੀ ਕਿਸਾਨੀ ਤੇ ਹੀ ਫਰਕ ਪਊਗਾ ਜਾਂ ਮਜ਼ਦੂਰੀ ਤੇ ਵੀ ਪਊਗਾ, ਦੁਕਾਨਦਾਰੀ ਤੇ ਪਊਗਾ, ਮਾਰਕੀਟ ਤੇ, ਹੋਰ ਕਿਹੜੇ ਧੰਦੇ? ਜਦੋਂ ਆਪਾਂ ਕਿਸਾਨੀ ਸ਼ਬਦ ਵਰਤਦੇ ਆ ਨਾ, ਮੇਰੇ ਬਾਕੀ ਬਹੁਤ ਸਾਰੇ ਆਲਮ ਫਾਜ਼ਲ ਲੋਕ ਹੈ, ਉਹਨਾਂ ਨੂੰ ਡੈਫੀਨੇਸ਼ਨ ਪਤਾ ਹੁੰਦਾ, ਪਰ ਮੇਰੇ ਹਿਸਾਬ ਨਾਲ ਕਿਸਾਨੀ ਹੈ ਜਿਹੜੀ, ਕਿਸਾਨੀ ਦੇ ਵਿੱਚ ਪੂਰੀ ਪੇਂਡੂ ਆਰਥਿਕਤਾ ਆ ਜਾਂਦੀ ਹੈ।
ਖਾਸ ਕਰ ਹੁਣ ਤਾਂ ਇਹਦੇ 'ਚ ਸ਼ਹਿਰ ਵੀ ਇਨਵੋਲਵ ਹੋ ਗਏ, ਸ਼ਹਿਰ ਵੀ ਛੋਟੇ ਪਿੰਡਾਂ ਵਰਗੇ ਹੁੰਦੇ ਆ। ਇਹਦੇ 'ਚ ਸਾਡਾ ਪੇਂਡੂ ਜੱਟ ਜਿਹੜਾ ਖੇਤੀ ਕਰਦਾ, ਕੁਛ ਜ਼ਮੀਨ ਦਾ ਮਾਲਕ ਹੈ 2-2.5 ਏਕੜ ਦਾ, ਸਾਡੇ ਤਖਾਣਾ, ਲੋਹਾਰਾ, ਚੀਂਬਾ, ਨਾਈ, ਸਾਡੇ ਛੋਟੇ ਦੁਕਾਨਦਾਰ, ਸਾਡੇ ਛੋਟੇ ਰਿਪੇਅਰ ਕਰਨ ਵਾਲੇ ਮਿਸਤਰੀ, ਸਾਡੀਆਂ ਨਿੱਕੀਆਂ ਲੋੜਾਂ ਪੂਰੇ ਕਰਨ ਵਾਲੇ ਲੋਕ, ਸੁਸਾਇਟੀਆਂ ਦੇ ਵਿੱਚ ਅਸੀਂ ਸਾਰਾ ਦੇਖਦੇ ਹਾਂ। ਜਾਂ ਮਜ਼ਦੂਰ ਤਾਂ ਤੁਸੀਂ ਗੱਲ ਹੀ ਛੱਡ ਦਿਓ ਵੀ ਜਦ ਜੱਟ ਦੇ ਪੱਲੇ ਕੁਛ ਨਹੀਂ ਹੋਊਗਾ, ਉਹ ਮਜ਼ਦੂਰੀ ਉਸ ਹਿਸਾਬ ਨਾਲ ਸਾਰੀ ਚੀਜ਼ ਨੇ ਥੱਲੇ ਆਉਣਾ। ਕਿਸਾਨ ਸਾਡੇ ਆੜਤੀਆਂ ਦੇ ਮਜ਼ਦੂਰ ਨੇ ਜਿਹੜੇ ਕਿੱਥੇ ਜਾਣਗੇ? ਆੜਤੀਏ ਖੁਦ ਆਖਰਕਾਰ ਐਡਾ ਵੱਡਾ ਸਿਸਟਮ ਹੈ, ਭਾਵੇਂ ਉਹ ਆਪਾਂ ਉਹਨਾਂ ਨੂੰ ਸਰਮਾਏਦਾਰ ਗਿਣਦੇ ਆ, ਕੋਈ ਉਹ ਆਲਟਰਨੇਟਿਵ ਵੀ ਸੋਚਦਾ, ਜੱਟ ਤਾਂ ਸੋਚ ਹੀ ਕੁਛ ਨਹੀਂ ਸਕਦਾ। ਇੱਥੇ ਮੇਰਾ ਕਿਸਾਨੀ ਔਰ ਜੱਟ ਤੋਂ ਭਾਵ ਸਾਰੇ ਉਹ ਲੋਕ ਜਿਹੜੇ ਪੇਂਡੂ ਜੀਵਨ ਜਿਉਣ ਵਾਲੇ ਹੈ। ਇਹ ਬਿੱਲ ਨਾਲ ਪੂਰੀ ਦੀ ਪੂਰੀ ਸਾਡੀ ਪੇਂਡੂ ਆਰਥਿਕਤਾ ਖਾਸ ਕਰਕੇ ਤੇ ਪੂਰੇ ਪੰਜਾਬ ਦੀ ਸਮੁੱਚੀ ਛੋਟੀ ਆਰਥਿਕਤਾ ਤਬਾਹ ਹੋ ਚੁੱਕੀ ਹੈ। ਅੱਛਾ, ਹੁਣ ਤੁਹਾਨੂੰ ਲੱਗਦਾ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਬਹੁਤ ਵਧੀਆ ਤਰੀਕੇ ਨਾਲ ਕਿਸਾਨਾਂ ਨੇ ਸੰਘਰਸ਼ ਚਲਾਇਆ ਹੋਇਆ, ਕੀ ਕੇਂਦਰ ਸਰਕਾਰ ਕਿਸਾਨਾਂ ਦੇ ਇਸ ਸੰਘਰਸ਼ ਅੱਗੇ ਝੁਕੇਗੀ, ਇਸ ਕਾਨੂੰਨ ਨੂੰ ਵਾਪਸ ਲੈ ਸਕਦੀ ਹੈ, ਜਾਂ ਕੀ ਤੁਹਾਨੂੰ ਕੀ ਲੱਗਦਾ ਹੈ? ਦੇਖੋ, ਜਿੱਥੇ ਤੱਕ ਮੇਰੀ ਸਿਆਸੀ ਸਮਝ ਹੈ, ਕਿਸਾਨ ਦੇ ਨਾਲ ਸੰਬੰਧਿਤ ਜਿਹੜੇ ਇਸ਼ੂ ਨੇ, ਕਿਉਂਕਿ ਇਹਨਾਂ ਦੀ ਆਦਤ ਬਣੀ ਹੋਈ ਹੈ ਕਿ ਕਿਸਾਨ ਨੂੰ ਇਹਨੇ ਕਿਹੜਾ ਮੂਹਰਿਓਂ ਬੋਲਣਾ, ਲੁੱਟੀ ਜਾਓ ਕੁੱਟੀ ਜਾਓ। ਪਰ ਇੱਕ ਗੱਲ ਹੈ, ਜਿਹੜਾ ਹੁਣ ਕੰਧ ਖੜੀ ਹੋਈ ਹੈ ਨਾ, ਇੱਕ ਕਿਤੇ ਨਾ ਕਿਤੇ ਜਿਹੜਾ ਰੂਲਰ ਹੈ, ਹਾਕਮ ਹੈ, ਉਹਨੂੰ ਆਪਣੀ ਕੁਰਸੀ ਪਿਆਰੀ ਹੈ। ਉਹਨੂੰ ਕੁਰਸੀ ਬੇਈਮਾਨ ਹੋ ਕੇ ਰਹਿ ਜਾਵੇ, ਚਾਹੇ ਉਹਨੂੰ ਘੜੀ ਦੀ ਘੜੀ ਇਮਾਨਦਾਰ ਵੀ ਹੋਣਾ ਪੈ ਜਾਵੇ, ਇਹ ਵਿਅੰਗ ਹੈ ਇੱਕ। ਉਹ ਕੁਰਸੀ ਖਾਤਰ ਥੋੜ੍ਹੀ ਦੇਰ ਲਈ ਇਮਾਨਦਾਰ ਵੀ ਹੋ ਜਾਊਗਾ। ਇਹ ਭਵਿੱਖ ਦੀ ਗੱਲ ਹੈ। ਇਹ ਉਹਨਾਂ ਦੀਆਂ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ, ਸਰਕਾਰ ਬਣਾਉਣ ਦੀਆਂ ਗਿਣਤੀਆਂ ਮਿਣਤੀਆਂ। ਇਹ ਵੀ ਸੋਚਣਗੇ ਵੀ ਪੰਜਾਬ ਇੱਕ ਨਿੱਕਾ ਜਿਹਾ ਖਿੱਤਾ ਹੈ, ਪਹਿਲਾਂ ਪੰਜਾਬ ਨਾਲ ਬੜਾ ਕੁਛ ਹੋਇਆ, ਅੱਜ ਤੱਕ ਅਸੀਂ ਸਾਰੇ ਦੇਖਦੇ ਹਾਂ। ਅਤੇ ਹੋ ਸਕਦਾ ਉਹਨਾਂ ਦੇ ਇਹ ਵੀ ਦਿਮਾਗ 'ਚ ਆ ਵੀ ਇੱਕ ਨਿੱਕਾ ਪੰਜਾਬ ਹੈ, ਇਹਦੇ 'ਤੇ ਅਸੀਂ ਗੇਮ ਖੇਡ ਕੇ ਦੇਖ ਲੈਂਦੇ ਹਾਂ। ਕਿਉਂਕਿ ਜਦੋਂ ਅੰਦੋਲਨ ਲੰਬਾ ਹੁੰਦਾ ਹੈ, ਜਿਵੇਂ ਤੁਹਾਡਾ ਪਹਿਲੀ ਸਵਾਲ ਸੀ, ਉਹਦੇ 'ਚ ਘੁਸਪੈਠ ਵੀ ਹੁੰਦੀ ਹੈ। ਇਹਦੇ 'ਚ ਮੈਂ ਹੁਣ ਇੱਥੇ ਸਾਰੇ ਸਾਡੇ ਜਿਹੜੇ ਬਹਾਦਰ ਆਗੂ ਨੇ, ਕਿਸਾਨ ਆਗੂ ਨੇ, ਕਿਸਾਨ ਯੂਨੀਅਨ ਦੇ ਅਹੁਦੇਦਾਰ ਨੇ, ਉਹਨਾਂ ਨੂੰ ਜਿੱਥੇ ਮੈਂ ਸਲਿਊਟ ਕਰਦਾ, ਨਾਲ ਇੱਕ ਬੇਨਤੀ ਕਰਦਾ। ਅੱਜ ਮੈਨੂੰ ਲੱਗਿਆ ਸੀ ਕਿਤੋਂ ਕਨਸੋ ਕਿ ਉਹ ਕਿਸਾਨ ਜਥੇਬੰਦੀਆਂ ਵੀ ਆਪਸ 'ਚ ਬੈਠ ਕੇ ਕੁਛ ਵਿਚਾਰ ਵਟਾਂਦਰਾ ਕਰ ਰਹੀਆਂ ਨੇ। ਬਹੁਤ ਸਾਰੇ ਲੋਕ ਇਸ ਅੰਦੋਲਨ ਦੇ ਵਿੱਚ ਘੁਸਪੈਠ ਕਰਨ ਦੀ ਤਾਕ 'ਚ ਨੇ। ਉਹਦੇ 'ਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ, ਬਹੁਤ ਸਾਰੇ ਸਿਆਸੀ ਲੀਡਰ ਨੇ, ਬਹੁਤ ਸਾਰੇ। ਮੈਂ ਹੈਰਾਨ ਹੁੰਦਾ ਵੀ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਪਿਛੋਕੜ, ਚਲੋ ਪਿਛੋਕੜ ਕਿਸੇ ਦਾ ਵੀ ਸੁਧਾਰਿਆ ਜਾ ਸਕਦਾ ਹੈ, ਵੀ ਉਹਨਾਂ ਦਾ ਇੱਕੋ ਇੱਕ ਟਾਰਗੇਟ ਹੈ ਵੀ ਅਸੀਂ ਇਸ ਕਿਸਾਨ ਅੰਦੋਲਨ ਦੇ ਥਰੂ ਆਪਣਾ ਨਾਮ ਚਮਕਾ ਲਈਏ, ਆਪਣੀ ਦਿੱਖ ਚਮਕਾ ਲਈਏ। ਅਤੇ ਬਹੁਤ ਸਾਰੇ ਸੈਲੀਬ੍ਰਿਟੀ ਨੇ, ਉਹ ਹਰ ਇੱਕ ਫੀਲਡ 'ਚ ਹੀ ਨੇ। ਉਹ ਇਹ ਨਹੀਂ ਮੈਂ ਇਕੱਲਾ ਵੀ ਗਾਇਕਾਂ ਦੀ ਉਹ ਗੱਲ ਕਰਦਾ, ਹਰ ਇੱਕ ਤਰੀਕੇ ਦਾ ਸੈਲੀਬ੍ਰਿਟੀ ਹੈ ਜਿਹੜਾ, ਉਹ ਵੀ ਇਹਦੇ 'ਚ ਸ਼ਾਮਲ ਹੋਣ ਲੱਗਿਆ ਹੈ। ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ, ਖਾਸ ਕਰਕੇ ਮੈਂ ਖਾਲਸਾ ਏਡ ਦੀ ਗੱਲ ਕਰਦਾ, ਨਿਰਪੱਖ ਅਤੇ ਬਹੁਤ ਮੈਂ ਕਹਾਂ ਵੀ ਇੰਨਾ ਕੁ ਸ਼ੁੱਧ ਹਿਰਦੇ ਨਾਲ ਉਹ ਲੋਕਾਂ ਦੀ ਸੇਵਾ ਵਿੱਚ ਆ ਕੇ ਵੜਨ ਲੱਗੇ। ਅਤੇ ਕਈ ਇਸ ਆੜ 'ਚ ਵੀ ਵੜਨਗੇ ਆ ਕੇ ਵੀ ਅਸੀਂ, ਕਿਉਂਕਿ ਇੱਕ ਪੱਕਾ ਸਰਕਾਰ ਕੋਲ ਬਹੁਤ ਮਾਵੀ ਸਾਹਿਬ ਵੱਡੀਆਂ ਸ਼ਕਤੀਆਂ ਹੁੰਦੀਆਂ ਨੇ। ਇਸ ਅੰਦੋਲਨ ਨੂੰ ਹੁਣ ਉਹਨਾਂ ਦਾ ਸਾਰਾ ਹੀ ਜ਼ੋਰ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ 'ਤੇ, ਇਹਦੇ ਵਿੱਚ ਇਹਨੂੰ ਅਸਤ ਵਿਅਸਤ ਕਰਨ 'ਤੇ, ਇਹਦੇ 'ਚ ਘੁਸਪੈਠ ਚਾਹੇ ਸਿਆਸੀ ਲੋਕਾਂ ਦੇ ਥਰੂ, ਚਾਹੇ ਆਪਣੇ ਪਾਲੇ ਹੋਏ ਕੁਛ ਲੋਕਾਂ ਦੇ ਥਰੂ ਕਰਨ ਦੇ। ਕਹਿਣ ਦਾ ਭਾਵ ਫੋਕਸ ਹੈ ਜਿਹੜਾ, ਉਹਨੂੰ ਹਟਾਉਣ ਲਈ ਸਰਕਾਰ ਕੁਛ ਵੀ ਕਰ ਸਕਦੀ ਹੈ। ਜਦ ਕਿ ਫੋਕਸ ਇੱਕ ਐਡੀ ਕੁ ਚੀਜ਼ ਹੈ। ਮੈਂ ਅੱਧੇ ਸਕਿੰਟ 'ਚ ਤੁਹਾਨੂੰ ਕਹਾਂ ਵੀ ਜਦੋਂ ਅਰਜਨ ਨੂੰ ਦਰੋਣਾਚਾਰੀਆ ਨੇ ਕਿਹਾ ਸੀ ਵੀ ਉਹਦਾ ਚੇਲਾ ਸੀ ਵੀ ਤੀਰ ਚਲਾ, ਉਹਨੇ ਮੱਛੀ ਟਾਰਗੇਟ ਦਿੱਤਾ ਉਹਨੂੰ, ਅਰਜਨ ਨੂੰ, ਵੀ ਉਹਨੇ ਟਾਰਗੇਟ ਦਿੱਤਾ ਵੀ ਤੂੰ ਉਹ ਮੱਛੀ ਦੀ ਅੱਖ 'ਚ ਤੈਂ ਤੀਰ ਮਾਰਨਾ, ਅਤੇ ਉਹ ਮੱਛੀ ਘੁੰਮਣ ਲਾਤੀ। ਜਦੋਂ ਉਹਨੇ ਨਿਸ਼ਾਨਾ ਸੁਣਿਆ ਅਰਜਨ ਨੇ, ਤਾਂ ਦਰੋਣਾਚਾਰੀਆ ਖੜਾ ਪੁੱਛਦਾ ਵੀ ਤੈਨੂੰ ਮੱਛੀ ਦਿਸਦੀ ਹੈ? ਅਤੇ ਅਰਜਨ ਕਹਿੰਦਾ ਨਹੀਂ ਜੀ ਮੈਨੂੰ ਤਾਂ ਦਿਸਦੀ ਨਹੀਂ। ਉਹ ਹੈਰਾਨ ਹੋਇਆ ਵੀ ਤੈਨੂੰ ਫਿਰ ਤੂੰ ਨਿਸ਼ਾਨਾ ਕਿਵੇਂ ਲਾਵੇਂਗਾ? ਉਹ ਕਹਿੰਦਾ ਜੀ ਮੈਨੂੰ ਤਾਂ ਸਿਰਫ ਮੱਛੀ ਦੀ ਅੱਖ ਦਿਸਦੀ ਹੈ ਜਿਹਦੇ 'ਚ ਮੈਂ ਤੀਰ ਦਾ ਨਿਸ਼ਾਨਾ ਲਾਉਣਾ ਹੈ। ਸਾਨੂੰ ਜਿਹੜੇ ਅੰਦੋਲਨ ਦੇ ਸਮਰਥਕ ਨੇ, ਆਯੋਜਕ ਨੇ, ਅੰਦੋਲਨ ਨੂੰ ਚਲਾਉਣ ਵਾਲੀਆਂ ਕਮੇਟੀਆਂ ਨੇ, ਹੁਣ ਉਹਨਾਂ ਨੂੰ ਸਿਰਫ ਅਤੇ ਸਿਰਫ ਮੇਰੀ ਇਹ ਬੇਨਤੀ ਉਹ ਹੈ ਕਿ ਤੁਹਾਨੂੰ ਇਕੱਲਾ ਉਹ ਮੱਛੀ ਦੀ ਅੱਖ ਵਾਂਗੂ ਆਪਣਾ ਟਾਰਗੇਟ ਦਿਖਣਾ ਚਾਹੀਦਾ ਹੈ ਕਿ ਜਿਹੜਾ ਇਹ ਅੰਦੋਲਨ ਅੱਜ ਇਸ ਖੂਬਸੂਰਤ ਤਰੀਕੇ ਦੇ ਨਾਲ ਖੜਾ ਹੋਇਆ। ਕੋਈ ਬੜੀ ਗੱਲ ਨਹੀਂ, ਪੰਜਾਬ ਨਾਲ ਹਮੇਸ਼ਾ ਤੋਂ ਹੀ ਹੁੰਦੀਆਂ ਆਈਆਂ ਨੇ, ਹਮੇਸ਼ਾ ਤੋਂ ਹੀ ਆਪਾਂ ਬੜੀਆਂ ਮੁਹਿੰਮਾਂ 'ਚੋਂ ਨਿਕਲੇ ਹਾਂ, ਇਹਦੇ 'ਚੋਂ ਵੀ ਨਿਕਲਾਂਗੇ, ਲਾਜ਼ਮੀ ਤੌਰ 'ਤੇ ਨਿਕਲਾਂਗੇ। ਪਰ ਸਾਨੂੰ ਜੋ 22 ਧਾਰੀਆਂ ਵਾਂਗੂ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ, ਵੀ ਆਪਣੇ ਹੀ ਨਾ ਕਿਤੇ ਝੂਠੀਆਂ ਸੱਚੀਆਂ
ਚਾਹੁੰਦੇ ਆ, ਕਿਉਂਕਿ ਰਾਜਨੀਤਿਕ ਬੰਦੇ ਆ ਜਿਹੜੇ ਉਹ ਗਿਰਗਟ ਵਾਂਗੂ ਰੰਗ ਬਦਲਣ ਲੱਗੇ 1 ਮਿੰਟ ਨਹੀਂ ਲਾਉਂਦੇ। ਉਹਨਾਂ ਤੋਂ ਖਾਸ ਕਰਕੇ ਬਹੁਤ ਜ਼ਿਆਦਾ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਸੋ ਇਹ ਸਨ ਹਰਬੰਸ ਸਿੰਘ ਜੀ ਪੰਧੇਰ, ਜਿਨ੍ਹਾਂ ਨੇ ਕਿਸਾਨ ਦੇ ਸੰਘਰਸ਼ ਕਰਨ ਦੀ ਇੱਕ ਬਹੁਤ ਵਧੀਆ ਉਹਨਾਂ ਦੀ ਸ਼ਲਾਘਾ ਕੀਤੀ ਹੈ ਤੇ ਇੱਕ ਸਲਾਹ ਵੀ ਦਿੱਤੀ ਹੈ ਕਿ ਅਜਿਹੇ ਜਿਹੜੇ ਸੰਘਰਸ਼ ਹੁੰਦੇ ਨੇ, ਅੰਦੋਲਨ ਹੁੰਦੇ ਨੇ, ਉਹ ਅਕਸਰ ਹਾਈਜੈਕ ਹੋ ਜਾਂਦੇ ਨੇ। ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਸੋ ਮੈਂ ਹਰਜੀਤ ਸਿੰਘ ਮਾਵੀ ਅਗਲੀ ਵਾਰ ਫਿਰ ਇਸੇ ਤਰ੍ਹਾਂ ਕਿਸੇ ਮੁੱਦੇ ਤੇ ਹਾਜ਼ਰ ਹੋਵਾਂਗੇ। ਨਿਊਜ਼ 24 ਪੰਜਾਬੀ ਦੇਖੇ ਦਰਸ਼ਕਾਂ ਦਾ ਦੇਸ਼ ਦੁਨੀਆ ਦੀਆਂ ਵਾਪਰੀਆਂ ਘਟਨਾਵਾਂ ਨੂੰ ਜਾਣਨ ਲਈ ਸਬਸਕ੍ਰਾਈਬ ਕਰੋ ਸਾਡੇ ਨਵੇਂ YouTube ਚੈਨਲ। ਸਾਡੀ ਵੀਡੀਓਜ਼ ਨੂੰ ਕਰੋ ਲਾਈਕ ਤੇ ਆਪਣੇ ਵਿਚਾਰ ਛੱਡੋ ਸਾਡੇ ਕਮੈਂਟ ਬਾਕਸ 'ਚ।